ਸਤਿ ਸ਼੍ਰੀ ਅਕਾਲ ਜੀ। ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਉਸ ਖਬਰ ਦੀ ਜਿਸ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ। ਬੇਅਦਬੀ ਦੇ ਸ਼ੱਕ ਦੇ ਵਿੱਚ ਨਿਹੰਗ ਸਿੰਘ ਨੇ ਕਹਿੰਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਜੀ। ਬਿਲਕੁਲ ਜੀ, ਬਿਲਕੁਲ। ਦੇਖੋ, ਗੱਲ ਇਹ ਹੈ ਜੀ ਕਿ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਕੋਈ ਇਹਨੂੰ ਸੋਧਾ ਕਹਿੰਦਾ, ਕੋਈ ਇਹਨੂੰ ਕਤਲ ਕਹਿੰਦਾ, ਪਰ ਦੇਖੋ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਕਤਲ ਹੀ ਹੈ। ਭਾਵੇਂ ਕਿਸੇ ਵੀ ਕਾਰਨ ਦੇ ਕਰਕੇ ਕਿਸੇ ਦਾ ਵੀ ਕਤਲ ਹੁੰਦਾ ਤੇ ਇਹ ਕਤਲ ਤਾਂ ਕਤਲ ਹੀ ਹੈ ਜਦੋਂ ਬੰਦਾ ਮਾਰ ਦਿੱਤਾ ਜਾਂਦਾ। ਪਰ ਇਸ ਮਾਮਲੇ ਦੇ ਵਿੱਚ ਜਾਣਕਾਰੀ ਇਹ ਆਈ ਜੀ ਕਿ ਫਗਵਾੜੇ ਦੇ ਵਿੱਚ ਸਾਰਾ ਕੁਝ ਵਾਪਰਿਆ। ਫਗਵਾੜੇ ਦੇ ਵਿੱਚ ਪਤਾ ਲੱਗਾ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਨੂੰ ਸ਼ੱਕ ਦੇ ਵਿੱਚ ਕਿ ਇਹ ਬੰਦਾ ਜਿਹੜਾ ਇਹ ਬੇਅਦਬੀ ਕਰਨ ਦੇ ਲਈ ਆਇਆ, ਇਹ ਮੁੰਡਾ, ਇਹ ਸ਼ੱਕ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ। ਤਲਵਾਰ ਦੇ ਨਾਲ ਉਹਨੂੰ ਮਾਰ ਦਿੱਤਾ ਗਿਆ। ਜਾਣਕਾਰੀ ਇਹ ਮਿਲੀ ਹੈ ਕੁੱਲ ਕਿ ਇੱਥੇ ਰਾਤੀ ਸਵੇਰ ਦੇ ਕਰੀਬ 3 ਵਜੇ ਦੀ ਗੱਲ ਆ ਤੇ ਉੱਥੇ ਇੱਕ ਮੁੰਡਾ ਆਇਆ ਤੇ ਉੱਥੇ ਇੱਕ ਨਿਹੰਗ ਸਿੰਘ ਵੀ ਸੀਗਾ ਗੁਰਦੁਆਰੇ ਦੇ ਵਿੱਚ ਤੇ ਉਹਨੂੰ ਸ਼ੱਕ ਪਿਆ ਵੀ ਭਾਈ ਇਹ ਬੇਅਦਬੀ ਕਰਨ ਦੇ ਲਈ ਆਇਆ। ਤੇ ਉਹਨੂੰ ਫਿਰ ਪੁੱਛਿਆ ਉਹਨੇ, ਉਹ ਮੁੰਡਾ ਸ਼ਾਇਦ ਬੇਅਦਬੀ ਕਰਨ ਵਾਸਤੇ ਆਇਆ ਵੀ ਹੋਵੇ, ਪਰ ਇੱਥੇ ਉਹਨੇ ਨਾ ਤਾਂ ਕੀਤੀ ਆ, ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਆ, ਨਾ ਕੋਈ ਹੋਰ ਕੁਛ ਕਰ ਰਿਹਾ। ਪਰ ਇਹ ਆ ਵੀ ਉਹਦੀ ਇੱਕ ਵੀਡੀਓ ਬਣਾਈ ਆ ਨਿਹੰਗ ਸਿੰਘ ਨੇ, ਜਿਹਦੇ ਵਿੱਚ ਉਹ ਇਹ ਗੱਲ ਮੰਨ ਰਿਹਾ ਕਿ ਸੁੱਖੀ ਨਾਂ ਦਾ ਇੱਕ ਬੰਦਾ ਜਿਹਨੇ ਕਿ ਮੈਨੂੰ ਭੇਜਿਆ, ਉਹ ਮੁੰਡਾ ਡਰਿਆ ਹੋਇਆ, ਸ਼ਾਇਦ ਉਹਨੂੰ ਕੁੱਟਿਆ ਵੀ ਹੋਇਆ, ਉਹਦੇ ਬੁੱਲਾਂ ਦੇ ਉੱਤੇ ਸਿਕਰੀ ਹੈਗੀ ਆ। ਤੇ ਉਹ ਮੁੰਡਾ ਘਬਰਾ ਕੇ ਜੇ ਗੱਲ ਕਹਿ ਰਿਹਾ ਵਾਰ-ਵਾਰ ਕਿ ਦੇਖੋ ਮੈਂ ਮਿਹਨਤੀ ਬੰਦਾ ਤੇ ਮੈਂ ਕੁਛ ਗਲਤ ਕੀਤਾ ਨਹੀਂ, ਮੈਨੂੰ ਗਲਤ ਕਰਨ ਵਾਸਤੇ ਕਿਹਾ ਸੀ ਪਰ ਮੈਂ ਕੀਤਾ ਕੁਛ ਨਹੀਂ ਗਾ, ਮੈਂ ਗਲਤ ਨਹੀਂ ਹੈਗਾ, ਮੈਂ ਤਾਂ ਜੀ ਮਿਹਨਤੀ ਬੰਦਾ, ਵਾਰ-ਵਾਰ ਇਹ ਗੱਲ ਕਹਿੰਦਾ। ਪਰ ਉਹਦੇ ਵਿੱਚ ਮੁੰਡਾ ਇਹ ਗੱਲ ਕਹਿੰਦਾ ਕਿ ਸੁੱਖੀ ਨਾਂ ਦੇ ਬੰਦੇ ਨੇ ਮੈਨੂੰ ਭੇਜਿਆ ਤੇ ਉਹਨੇ ਮੈਨੂੰ 2-3 ਹਜ਼ਾਰ ਰੁਪਇਆ ਦੇਣਾ ਸੀ ਤੇ ਉਹ ਕਹਿੰਦਾ ਜੀ ਕਿ ਤੂੰ ਉੱਥੇ ਜਾ ਕੇ ਬੇਅਦਬੀ ਵੀ ਕਰ ਤੇ ਉੱਥੇ ਗਾਲਾਂ ਵੀ ਲਿਖ ਕੇ ਆ ਤੇ ਕਈ ਕੁਝ ਹੋਰ ਵੀ ਮੈਨੂੰ ਕਿਹਾ ਸੀਗਾ। ਫਿਰ ਉਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਨਿਹੰਗ ਸਿੰਘ ਆ ਜਿਹੜਾ, ਉਹ ਉਹਦਾ ਕਤਲ ਕਰਕੇ ਉਹਦੀ ਲਾਸ਼ ਵੀ ਦਿਖਾਉਂਦਾ ਤੇ ਫਿਰ ਇਹ ਵੀ ਗੱਲ ਕਹਿੰਦਾ ਜੀ ਕਿ ਅਸੀਂ ਇਹਨੂੰ ਬਣਦੀ ਸਜ਼ਾ ਦੇ ਦਿੱਤੀ ਆ। ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ। ਪਰ ਉਸ ਤੋਂ ਬਾਅਦ ਪੁਲਿਸ ਨੇ ਇਸ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੇਖੋ, ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬੜੀ ਵਾਰ ਹੋਇਆ। ਤੁਸੀਂ ਦੇਖੋ ਸਿੰਘੂ ਬਾਰਡਰ ਦੇ ਉੱਤੇ ਵੀ ਇਵੇਂ ਹੋਇਆ। ਇੱਕ ਵਾਰ ਦਰਬਾਰ ਸਾਹਿਬ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਸੰਗਤ ਨੇ ਕੁੱਟ-ਕੁੱਟ ਕੇ ਬੰਦੇ ਨੂੰ ਮਾਰਿਆ ਸੀਗਾ, ਉਹ ਵੀ ਬੇਅਦਬੀ ਕਰਨ ਆਇਆ ਸੀ। ਪਰ ਗੱਲ ਇਹ ਜੀ ਕਿ ਜਦੋਂ ਅਸੀਂ ਬੰਦੇ ਨੂੰ ਮਾਰ ਦਿੰਦੇ ਹਾਂ ਤੇ ਸਾਰੀ ਕਹਾਣੀ ਖਤਮ ਹੋ ਜਾਂਦੀ ਹੈ। ਜੇ ਹੁਣ ਮੰਨ ਲਓ ਇਹ ਜਿਉਂਦਾ ਹੁੰਦਾ ਤੇ ਇਹਦੇ ਬਾਰੇ ਘੱਟੋ ਘੱਟ ਇਹ ਪਤਾ ਲਾਇਆ ਜਾਂਦਾ ਵੀ ਇਹ ਸੁੱਖੀ ਕੌਣ ਆ, ਜਿਹਨੇ ਇਹਨੂੰ ਭੇਜਿਆ, ਉਸ ਬੰਦੇ ਦੇ ਕਾਰਨ ਕੀ ਆ, ਉਹ ਕੀ ਕਰ ਰਿਹਾ, ਉਹ ਕੌਣ ਆ, ਉਹ ਕਿਉਂ ਇਹ ਕਰਵਾਉਣਾ ਚਾਹੁੰਦਾ, ਸੁੱਖੀ ਕਿੰਨਾ ਬੰਦਾ ਦਾ ਯਾਰ ਹੈਗਾ, ਸੁੱਖੀ ਨੂੰ ਕੀ ਲੋੜ ਆ ਇਹ ਸਾਰਾ ਕੁਝ ਕਰਵਾਉਣ ਦੀ। ਕਿਤੇ ਇਹ ਏਜੰਸੀਆਂ ਦੀ ਚਾਲ ਤਾਂ ਨਹੀਂ। ਅਸੀਂ ਹਰ ਵਾਰ ਇਨਵੈਸਟੀਗੇਸ਼ਨ ਤੋਂ ਪਹਿਲਾਂ ਹੀ ਤੇ ਬੰਦੇ ਦਾ ਇਹ ਕਤਲ ਕਰਕੇ ਤੇ ਉਹ ਗੱਲ ਨੂੰ ਉੱਥੇ ਖਤਮ ਕਰ ਬੈਠਦੇ ਆ। ਸੋ ਲੋੜ ਤਾਂ ਮੇਰੇ ਖਿਆਲ ਦੇ ਮੁਤਾਬਕ ਇਸ ਗੱਲ ਦੀ ਆ ਵੀ ਭਾਈ ਇਸ ਬੰਦੇ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ, ਪਰ ਪੁੱਛਗਿੱਛ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੱਤਾ ਗਿਆ ਤੇ ਗੱਲ ਸਾਰੀ ਖਤਮ ਹੋ ਗਈ ਹੈ, ਗੱਲ ਸਾਰੀ ਠੱਪ ਹੋ ਗਈ ਆ। ਸੋ ਇਸ ਤੋਂ ਪਹਿਲਾਂ ਵੀ ਜਿਵੇਂ ਮੈਂ ਗੱਲ ਕਹੀ ਹੈ ਵੀ ਭਾਈ ਲੋੜ ਇਸ ਗੱਲ ਦੀ ਆ ਕਿ ਇਹਨਾਂ ਬੰਦਿਆਂ ਦੇ ਕਾਰਨ ਲੱਭੇ ਜਾਣ। ਇਹ ਬੰਦੇ ਇਉਂ ਕਿਉਂ ਕਰ ਰਹੇ ਆ, ਕਿਹਦੇ ਕਹੇ ਤੇ ਕਰ ਰਹੇ ਆ, ਕਿਹੜੇ ਕਾਰਨ ਕਰਕੇ ਕਰ ਰਹੇ ਆ, ਇਹਨਾਂ ਨੂੰ ਕੋਈ ਪਿੱਛੇ ਇਹਦੇ ਕੋਈ ਕਾਰਨ ਹੋਰ ਜੁੜਿਆ ਕਿ ਨਹੀਂ ਜੁੜਿਆ, ਇਹਨਾਂ ਸਾਰੀਆਂ ਗੱਲਾਂ ਦੇ ਵੱਲ ਗੌਰ ਕਰਨੀ ਬਣਦੀ ਆ। ਪਰ ਜਦੋਂ ਬੰਦਾ ਹੀ ਨਹੀਂ ਜਿਉਂਦਾ ਰਿਹਾ ਤੇ ਫਿਰ ਉਹਦੇ ਵਿੱਚੋਂ ਹੋਰ ਨਿਕਲਣਾ ਕੀ ਆ। ਸੋ ਕਹਿਣ ਦਾ ਭਾਵ ਇਹ ਆ ਵੀ ਇਸ ਵੇਲੇ ਇਹ ਖਬਰ ਬੜੀ ਹੈਰਾਨੀਜਨਕ ਹੈਗੀ ਆ ਵੀ ਸ਼ੱਕ ਦੇ ਵਿੱਚ ਬੰਦੇ ਦਾ ਕਤਲ ਕਰ ਦਿੱਤਾ ਗਿਆ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਕਿ ਜੇਕਰ ਇਹ ਬੰਦਾ ਜਿਉਂਦਾ ਹੁੰਦਾ ਤਾਂ ਸ਼ਾਇਦ ਹੋਰ ਬਹੁਤ ਸਾਰੀਆਂ ਗੱਲਾਂ ਇਹ ਤੋਂ ਪਤਾ ਲੱਗ ਸਕਦੀਆਂ ਸੀ। ਖੈਰ, ਅੱਗੇ ਵਧਦੇ ਹਾਂ ਜੀ, ਗੱਲ ਕਰਦੇ ਹਾਂ ਹੁਣ ਜਲੰਧਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਰਾਸ਼ਟਰੀ ਸੰਮੇਲਨ ਹੋਇਆ ਜੀ। ਬਿਲਕੁਲ ਜੀ, ਬਿਲਕੁਲ। ਜਲੰਧਰ ਦੇ ਵਿੱਚ ਦੇਸ਼ ਭਗਤ ਹਾਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਤੇ ਰਾਸ਼ਟਰੀ ਸੰਮੇਲਨ ਹੋਇਆ ਤੇ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ। ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ 26 ਜਨਵਰੀ ਨੂੰ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਉੱਥੇ ਇੱਕ ਵਾਰ ਫਿਰ ਟਰੈਕਟਰ ਮਾਰਚ ਕਰਨਾ ਤੇ ਅਸੀਂ ਕੇਂਦਰ ਦੀ ਸਰਕਾਰ ਤੱਕ ਆਪਦਾ ਸੁਨੇਹਾ ਪਹੁੰਚਾਉਣਾ ਕਿ ਭਾਈ ਤੁਸੀਂ ਕੀਤਾ ਕੁਝ ਨਹੀਂ ਗਾ, ਤੁਸੀਂ ਜਿਸ ਤਰੀਕੇ ਦੀਆਂ ਗੱਲਾਂ ਕੀਤੀਆਂ ਤੇ ਉਹ ਗੱਲਾਂ ਜਿਹੜੀਆਂ ਜੀ ਉਹ ਚਿੰਤਾਜਨਕ ਵਰਤਾਰੇ ਵਾਲੀਆਂ, ਕਿਉਂਕਿ ਨਾ ਤਾਂ ਤੁਸੀਂ MSP ਦੇ ਉੱਤੇ ਕੁਛ ਕੀਤਾ, ਨਾ ਤੁਸੀਂ ਲਖੀਮਪੁਰ ਖੀਰੀ ਕਾਂਡ ਦੇ ਮਾਮਲੇ 'ਚ ਕੁਝ ਕੀਤਾ, ਨਾ ਤੁਸੀਂ ਕਿਸੇ ਹੋਰ ਮਾਮਲੇ ਦੇ ਵਿੱਚ ਕੁਝ ਕੀਤਾ ਹੈਗਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਕਿਹਾ ਜੀ ਕਿ ਹੁਣ ਅਸੀਂ ਸਰਕਾਰ ਦੇ ਉੱਤੇ ਦਬਾਅ ਦੇ ਰੂਪ ਦੇ ਵਿੱਚ ਫੇਰ ਕਰਨੀਆਂ। ਸੋ ਦੇਖਦੇ ਭਾਈ ਆਉਂਦੇ ਸਮੇਂ 'ਚ ਕੀ ਬਣਦਾ।
ਪਰ ਕੱਲ 6-7 ਘੰਟੇ ਲਗਾਤਾਰ ਇੱਥੇ ਰਾਸ਼ਟਰੀ ਸੰਮੇਲਨ ਹੋਇਆ ਤੇ ਕਿਸਾਨ ਜਥੇਬੰਦੀਆਂ ਨੇ ਗੱਲ ਕਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਅਸੀਂ ਕੇਂਦਰ ਦੀ ਸਰਕਾਰ ਦੇ ਉੱਤੇ ਜਿੰਨਾ ਦਬਾਅ ਬਣਾ ਸਕਦੇ ਹਾਂ ਉਹ ਬਣਾ ਲਈਏ ਤੇ ਬਾਅਦ ਦੇ ਵਿੱਚ ਸਰਕਾਰਾਂ ਫੇਰ ਨਹੀਂ ਹੱਥ ਆਉਂਦੀਆਂ। ਸੋ ਉਹਨਾਂ ਨੇ ਇਹ ਗੱਲ ਦੀ ਪੂਰੀ ਤਿਆਰੀ ਕੀਤੀ ਆ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਭਾਵੇਂ ਕਿਸਾਨ ਜਥੇਬੰਦੀਆਂ ਦੇ ਵਿੱਚ ਵੰਡੀਆਂ ਬਹੁਤ ਸਾਰੀਆਂ ਹੈਗੀਆਂ, ਕਿਸਾਨ ਜਥੇਬੰਦੀਆਂ ਇਸ ਵੇਲੇ ਕਈ ਤਰ੍ਹਾਂ ਦੀਆਂ ਵੰਡੀਆਂ ਦੇ ਵਿੱਚ ਘਿਰੀਆਂ ਹੋਈਆਂ, ਪਰ ਉਹਨਾਂ ਦੇ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਕਿ ਅਸੀਂ ਇੱਕ ਵਾਰ ਕੇਂਦਰ ਦੀ ਸਰਕਾਰ ਨੂੰ ਫੇਰ ਝੁਕਾਈਏ ਤੇ ਜਿਹੜੀਆਂ ਮੰਗਾਂ ਉਹਨਾਂ ਨੇ ਨਹੀਂ ਮੰਨੀਆਂ ਉਹਨਾਂ ਨੂੰ ਅਸੀਂ ਮਨਵਾਉਣ ਦੇ ਵਿੱਚ ਯੋਗਦਾਨ ਪਵਾ ਲਈਏ। ਸੋ ਦੇਖਦੇ ਹਾਂ ਭਾਈ ਕੇਂਦਰ ਦੀ ਸਰਕਾਰ ਆਹ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੀ ਕੀ ਕਹਿੰਦੀ ਹੈ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ MSP ਦੇ ਉੱਤੇ ਉਹ ਗਰੰਟੀ ਦਿੰਦੀ ਹੈ ਕਿ ਨਹੀਂ। ਲਖੀਮਪੁਰ ਖੀਰੀ ਕਾਂਡ ਦੇ ਵਿੱਚ ਕੀ ਕਰਦੀ ਹੈ, ਜਿਹੜੇ ਕਿਸਾਨ ਅੰਦੋਲਨ ਦੇ ਮੌਕੇ ਦੁਨੀਆ ਤੋਂ ਚਲੇ ਗਏ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਜਾਂ ਮੁਆਵਜ਼ਾ ਦਿੰਦੀ ਹੈ ਕਿ ਨਹੀਂ ਦਿੰਦੀ। ਸੋ ਇਹ ਵਕਤ ਦੱਸੂਗਾ, ਪਰ ਕਿਸਾਨ ਜਥੇਬੰਦੀਆਂ ਫਿਰ ਇੱਕ ਵਾਰ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੀਆਂ ਜੀ। ਜੀ ਟਾਣਾ ਸਾਹਿਬ, ਬਿਕਰਮ ਮਜੀਠੀਆ ਹੋਰੀ SIT ਦੇ ਅੱਗੇ ਪੇਸ਼ ਹੋ ਗਏ ਤੇ ਉਹਨਾਂ ਦੇ ਕੋਲੋਂ ਤਕਰੀਬਨ ਕਹਿੰਦੇ 7 ਘੰਟੇ ਪੁੱਛਗਿੱਛ ਚੱਲੀ ਹੈ ਜੀ। ਬਿਲਕੁਲ ਜੀ, ਉਹਨਾਂ ਦੇ ਕੋਲੋਂ 7 ਘੰਟੇ ਦੇ ਕਰੀਬ ਕਰੀਬ ਪੁੱਛਗਿੱਛ ਚੱਲੀ ਹੈ ਤੇ ਆਪਾਂ ਜਾਣਦੇ ਜੀ ਕਿ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਹੁਣ ਇੱਕ ਵਾਰ ਪੁੱਛਗਿੱਛ ਆ ਜਿਹੜੀ ਉਹ ਫੇਰ ਕਰ ਲਈ ਗਈ ਹੈ। ਤੇ ਉਸ ਤੋਂ ਅਗਲੀ ਗੱਲ ਇਹ ਬੜੀ ਮਹੱਤਵਪੂਰਨ, ਇਹ ਬਿਕਰਮ ਸਿੰਘ ਮਜੀਠੀਆ ਨਵੇਂ ਸਾਲ ਦੇ ਵਿੱਚ ਨਵੀਂ SIT ਦੇ ਮੂਹਰੇ ਤੇ ਪੇਸ਼ ਹੋਏ ਆ ਪਹਿਲੀ ਵਾਰ, ਨਵੇਂ ਸਾਲ 'ਚ ਪਹਿਲੀ ਵਾਰ, ਕਿਉਂਕਿ 31 ਦਸੰਬਰ ਨੂੰ ਤੇ ਸਰਦਾਰ ਮੁਖਵਿੰਦਰ ਸਿੰਘ ਚੀਨਾ ਜਿਹੜੇ ਕਿ ਪਹਿਲਾਂ ਵਾਲੀ SIT ਦੇ ਮੁਖੀ ਸੀ ਉਹ ਸੇਵਾ ਮੁਕਤ ਹੋ ਗਏ ਆ। ਉਸ ਤੋਂ ਬਾਅਦ ਸਰਕਾਰ ਨੇ ਨਵੀਂ SIT ਬਣਾਈ ਆ। ਇਹ ਪਹਿਲਾਂ 3 ਮੈਂਬਰਾਂ ਦੇ ਉੱਤੇ ਆਧਾਰਿਤ ਸੀ, ਫਿਰ ਇਹਦੇ ਵਿੱਚ ਹੋਰ ਮੈਂਬਰ 3 ਜੋੜ ਦਿੱਤੇ ਗਏ ਆ। ਸੋ ਇਹ 6 ਮੈਂਬਰਾਂ ਵਾਲੀ SIT ਬਣ ਗਈ ਹੈ। ਸੋ ਇਹਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਬਿਕਰਮ ਮਜੀਠੀਆ ਦੇ ਕੋਲੋਂ ਤੇ ਮਜੀਠੀਆ ਨੇ ਉੱਥੇ ਜਾਣ ਤੋਂ ਪਹਿਲਾਂ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਕੋਈ ਡਰ ਨਹੀਂ ਗਾ ਤੇ ਮੈਂ ਜੋ ਜੋ ਮੈਨੂੰ ਪਹਿਲਾਂ ਪੁੱਛਦੇ ਰਹੇ ਆ ਉਹ ਮੈਂ ਪਹਿਲਾਂ ਵੀ ਉੱਤਰ ਦਿੰਦਾ ਰਿਹਾ, ਜੋ ਮੈਨੂੰ ਹੁਣ ਪੁੱਛਦੇ ਆ ਮੈਂ ਹੁਣ ਵੀ ਉੱਤਰ ਦੇ ਕੇ ਆਇਆ ਤੇ ਮੈਂ ਦਿੰਦਾ ਰਹੂੰਗਾ। ਜਦੋਂ ਇਹਨਾਂ ਨੇ ਚਿੱਤ ਕਰਦਾ ਮੈਨੂੰ ਬੁਲਾ ਲੈਣ, ਕਿਉਂਕਿ ਮੈਂ ਸੱਚਾ, ਮੈਂ ਕੋਈ ਡਰ ਕੇ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਆ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਭਗਵੰਤ ਮਾਨ ਆਪ ਹੀ ਜੇਕਰ ਮੁਖੀ ਬਣ ਜਾਣ ਤੇ ਇਹ ਸਭ ਕੁਝ ਦੇ ਤੇ ਫਿਰ ਜ਼ਿਆਦਾ ਵਧੀਆ, ਜੇ ਉਹ ਆਪ ਹੀ ਚੇਅਰਮੈਨ ਹੋਣ SIT ਦੇ ਤਾਂ ਉਹਨਾਂ ਨੂੰ ਜ਼ਿਆਦਾ ਚੰਗਾ ਲੱਗੂਗਾ, ਕਿਉਂਕਿ ਕਮ ਸੇ ਕਮ ਉਹਨਾਂ ਨੂੰ ਇਹ ਤਾਂ ਪਤਾ ਲੱਗੂ ਨਾ ਵੀ ਭਾਈ ਮੈਂ ਜਦੋਂ ਧੱਕਾ ਕਰਨਾ ਹੀ ਆ ਤੇ ਮੈਂ ਸਹੀ ਤਰੀਕੇ ਨਾਲ ਕਰ ਰਿਹਾ। ਸੋ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ 7 ਘੰਟੇ ਉਹਨਾਂ ਨੇ ਫਿਰ ਪੁੱਛਗਿੱਛ ਕੀਤੀ ਹੈ ਤੇ ਉਹ ਕਹਿੰਦੇ ਜੀ ਕਿ ਨਵੀਂ ਤਰੀਕ ਜਦੋਂ ਮਰਜ਼ੀ ਰੱਖ ਲੈਣ, ਮੈਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਆ। ਤੇ ਫਿਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਨੂੰ ਤਾਂ ਜਦੋਂ ਵੀ ਬੁਲਾਉਂਦੇ ਆ ਮੈਂ ਤਾਂ ਹਾਜ਼ਰ ਹੋ ਜਾਂਦਾ, ਪਰ ਇਹ ਦੱਸੋ ਜੀ ਕਿ ਜਦੋਂ ਵੀ ED ਬੁਲਾਉਂਦੀ ਹੈ ਤੇ ਕੇਜਰੀਵਾਲ ਕਿਉਂ ਨਹੀਂ ਹਾਜ਼ਰ ਹੁੰਦਾ। ਉਹ ਕਹਿ ਦਿੰਦਾ ਜੀ ਮੈਨੂੰ ਗ੍ਰਿਫਤਾਰੀ ਦਾ ਡਰ ਆ, ਮੈਂ ਇਸ ਕਰਕੇ ਨਹੀਂ ਦਿੱਲੀ 'ਚ ਹਾਜ਼ਰ ਹੁੰਦਾ ED ਮੂਹਰੇ, ਇਹ ਮੈਨੂੰ ਸਿਰਫ ਗ੍ਰਿਫਤਾਰ ਕਰਨਾ ਚਾਹੁੰਦੇ ਆ। ਤੇ ਭਾਈ ਤੁਸੀਂ ਵੀ ਤਾਂ ਧੱਕਾ ਐਵੇਂ ਹੀ ਕਰ ਰਹੇ ਆ, ਪਰ ਮੈਂ ਨਹੀਂ ਡਰਦਾ, ਮੈਨੂੰ ਜਦੋਂ ਬੁਲਾਓਗੇ ਮੈਂ ਤਾਂ ਉਦੋਂ ਹੀ ਆ ਜਾਂਦਾ। ਜੀ ਟਾਣਾ ਸਾਹਿਬ, ਪਰ ਉਧਰ ਦੂਸਰੇ ਬੰਨੇ ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਪੂਰੀ ਤਿਆਰੀ ਕਰੀ ਬੈਠੇ ਨੇ। ਉਹ ਕਹਿੰਦੇ ਵੀ ਮੈਂ ਹੁਣ ਹੌਲੀ ਹੌਲੀ ਖੁਲਾਸੇ ਕਰੂੰਗਾ ਜੀ ਕੀ ਹੋਇਆ ਅੰਦਰ। ਦੇਖੋ ਜੀ 106 ਜਾਂ 107 ਦਿਨਾਂ ਬਾਅਦ ਤੇ ਬਾਹਰ ਆਏ ਆ ਜੇਲ੍ਹ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ। ਉਹਨਾਂ ਨੇ ਬਾਹਰ ਆ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਤੇ ਉਹਨਾਂ ਨੇ ਹਾਲੇ ਬਹੁਤ ਕੁਝ ਕਹਿਣਾ ਬਾਕੀ ਆ, ਕਿਉਂਕਿ ਉਹਨਾਂ ਨੇ ਮੇਰਾ ਖਿਆਲ ਆ ਵੀ ਜਿਹੜੀਆਂ ਜਿਹੜੀਆਂ ਵੀ ਅੰਦਰ ਕੋਈ ਕੌੜੇ ਮਿੱਠੇ ਤਜਰਬੇ ਜੋ ਜੋ ਕੁਝ ਵੀ ਨਾਲ ਹੋਇਆ ਉਹਨਾਂ ਦੇ ਤੇ ਉਹਦੇ ਬਾਬਤ ਹਾਲੇ ਵੇਰਵੇ ਪੇਸ਼ ਕਰਨੇ ਆ। ਸੋ ਆਪਾਂ ਜਾਣਦੇ ਜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਇੱਕ ਪੁਰਾਣਾ ਕੇਸ ਆ ਤੇ ਪੁਰਾਣੇ ਕੇਸ ਦੇ ਮਾਮਲੇ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਸੁਖਪਾਲ ਖਹਿਰਾ ਨੇ ਕਿਹਾ ਕਿ ਅੰਦਰ ਮੈਨੂੰ ਮੈਂਟਲੀ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਮੇਰਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਇਸ ਤੋਂ ਪਹਿਲਾਂ ਜਦੋਂ ਮੇਰੇ ਪਿਤਾ ਜੀ ਅਕਾਲੀ ਦਲ ਦੇ ਆਗੂ ਹੁੰਦੇ ਸੀਗੇ ਤੇ ਉਦੋਂ ਵੀ ਉਹਨਾਂ ਨੂੰ ਉਮਰ ਦਾ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਕੱਟਣਾ ਪਿਆ, ਕਿਉਂਕਿ ਉਹ ਵੀ ਮੇਰੇ ਵਾਂਗੂ ਸੱਚ ਬੋਲਦੇ ਸੀ। ਉਹਨਾਂ ਦੇ ਵਿੱਚੋਂ ਸਾਰੀ ਗੱਲ ਮੇਰੇ ਵਿੱਚ ਆਇਆ ਕਣ ਕਿ ਭਾਈ ਮੈਂ ਸੱਚ ਦੇ ਉੱਤੇ ਖੜੇ ਰਹਿਣਾ। ਉਹਨਾਂ ਨੇ ਕਿਹਾ ਜੀ ਕਿ ਭਾਵੇਂ ਇੱਕ ਪਰਚਾ ਕਰ ਲੈਣ ਤੇ ਭਾਵੇਂ ਜਿੰਨੀ ਵਾਰ ਮਰਜ਼ੀ ਹੋਰ ਜੇਲ੍ਹ ਦੇ ਵਿੱਚ ਭੇਜ ਦੇਣ ਤੇ ਮੈਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ। ਉਹਨਾਂ ਨੇ ਕਿਹਾ ਜੀ ਕਿ ਉੱਥੇ ਮੈਨੂੰ ਮੈਂਟਲੀ ਤੌਰ ਤੇ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਕਿਉਂਕਿ ਜੇਲ੍ਹ ਦੇ ਵਿੱਚ ਇੱਕ ਤਾਂ ਮੇਰੀ ਬੈਰਕ ਦੇ ਅੰਦਰ ਇਹਨਾਂ ਨੇ ਕੈਮਰਾ ਲਾਇਆ ਤੇ ਇੱਕ ਬੈਰਕ ਦੇ ਬਾਹਰ ਕੈਮਰਾ ਲਾਇਆ, ਤਾਂ ਜੋ ਜਿਹੜੇ ਵੀ ਬੰਦੇ ਮੈਨੂੰ ਤੰਗ ਕਰਨਾ ਚਾਹੁੰਦੇ ਆ ਸ਼ਾਇਦ ਉਹ ਘਰੇ ਬੈਠੇ ਵੀ ਦੇਖਣਾ ਚਾਹੁੰਦੇ ਹੁਣ ਵੀ ਖਹਿਰਾ ਕੀ ਕਰਦਾ, ਖਹਿਰਾ ਕੀ ਖਾਂਦਾ, ਖਹਿਰਾ ਕੀ ਪਹਿਨਦਾ, ਖਹਿਰੇ ਨੂੰ ਕੌਣ ਮਿਲਦਾ, ਖਹਿਰੇ ਨਾਲ ਕਿਵੇਂ ਗੱਲ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਕਿ ਮੈਂ ਪਰ ਹਾਰਿਆ ਨਹੀਂ, ਮੈਂ ਡਟਿਆ ਰਹੂੰਗਾ, ਮੈਂ ਡਟਿਆ ਹੀ ਸਾਂ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2-4 ਦਿਨਾਂ ਬਾਅਦ ਬਸ ਮੈਂ ਬਹੁਤ ਵੱਡੇ ਵੱਡੇ ਖੁਲਾਸੇ ਕਰੂੰਗਾ ਸਰਕਾਰ ਨੇ ਕੀ ਕੀਤਾ, ਕੀ ਕਰਨਾ ਚਾਹੀਦਾ ਸੀ
ਕੀ ਕੁਝ ਇਸ ਮਾਮਲੇ ਦੇ ਵਿੱਚ ਹੋਇਆ, ਕਿਵੇਂ ਕਿਵੇਂ ਮੇਰੇ ਨਾਲ ਕੀ ਕੀ ਕੀਤਾ ਗਿਆ ਜੀ। ਜੀ ਸੋ ਵੇਖਦੇ ਹਾਂ ਕਿ ਆਉਂਦੇ ਸਮੇਂ 'ਚ ਉਹ ਕਿਹੋ ਜਿਹੇ ਖੁਲਾਸੇ ਕਰਦੇ ਨੇ। ਖੈਰ ਅੱਗੇ ਵੱਧਦੇ ਹਾਂ, ਉੱਧਰ ਗੱਲ ਕਰਦੇ ਆ ਭਰਤਿੰਦਰ ਚਾਹਲ ਹੋਰਾਂ ਦੀ। ਉਹਨਾਂ ਨੂੰ ਕਹਿੰਦੇ ਅਗਾਊਂ ਜ਼ਮਾਨਤ ਮਿਲ ਗਈ ਹੈ ਜੀ। ਹਾਂ ਬਿਲਕੁਲ ਜੀ, ਭਰਤਿੰਦਰ ਚਾਹਲ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਤੇ ਖੱਬੀ ਬਾਂਹ ਹੁੰਦੇ ਸੀ, ਪਰ ਸਮੇਂ ਦੇ ਬਦਲਾਅ ਦੇ ਨਾਲ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਨਹੀਂ, ਹੁਣ ਉਹ ਕੁਝ ਵੀ ਨਹੀਂ, ਹੁਣ ਤਾਂ ਸਭ ਕੁਝ ਸਾਬਕਾ ਹੀ ਹੈ ਬੀਜੇਪੀ ਦੇ ਵਿੱਚ ਹੁਣ ਉਹ। ਤੇ ਇਹਨਾਂ ਦੇ ਉੱਤੇ ਵੀ ਔਖਾ ਵੇਲਾ ਆ ਗਿਆ ਫਿਰ, ਕਿਉਂਕਿ ਆਪਾਂ ਜਾਣਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਤੇ ਉਹ ਜਦੋਂ ਬੀਜੇਪੀ ਚਲੇ ਗਏ ਆ ਤੇ ਸਾਰੀ ਕਹਾਣੀ ਹੈ ਜਿਹੜੀ ਉਹ ਬਿਲਕੁਲ ਲੜਖੜਾ ਗਈ ਸੀਗੀ, ਤੇ ਉਹਨਾਂ ਦੇ ਸਾਥੀ ਵੀ ਕੱਲਮ ਕੱਲੇ ਜਿਹੇ ਰਹਿ ਗਏ। ਤੇ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਕਿਸੇ ਵੇਲੇ ਕੈਪਟਨ ਦੇ ਸਭ ਤੋਂ ਨੇੜਲੇ ਸਾਥੀਆਂ ਦੇ ਵਿੱਚੋਂ ਇੱਕ ਭਰਤਿੰਦਰ ਸਿੰਘ ਚਾਹਲ ਹੁੰਦੇ ਸੀ। ਉਦੋਂ ਭਰਤਿੰਦਰ ਚਾਹਲ ਦੀਆਂ ਗੱਲਾਂ ਬੱਚੇ ਬੱਚੇ ਦੇ ਮੂੰਹ ਤੇ ਹੁੰਦੀਆਂ ਸੀ ਵੀ ਚਾਹਲ ਨੇ ਐਂ ਕਰਤਾ, ਚਾਹਲ ਤੋਂ ਪੁੱਛੇ ਬਿਨਾਂ ਆਹ ਕੰਮ ਨਹੀਂ ਹੁੰਦਾ, ਚਾਹਲ ਨੇ ਇਉਂ ਕਰਤਾ, ਹੁਣ ਚਾਹਲ ਨੇ ਇਉਂ ਕਰਤਾ, ਏਦਾਂ ਦੀਆਂ ਗੱਲਾਂ। ਪਰ ਹੁਣ ਭਰਤਿੰਦਰ ਚਾਹਲ ਵਿਜੀਲੈਂਸ ਦੇ ਇੜਕੇ ਆਏ ਹੋਏ ਆ। ਵਿਜੀਲੈਂਸ ਦੇ ਵੱਲੋਂ ਇਹਨਾਂ ਦੇ ਉੱਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦਰਜ ਕੀਤਾ ਤੇ ਗ੍ਰਿਫਤਾਰੀ ਵਾਸਤੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ, ਪਰ ਇਹ ਆਏ ਨਹੀਂ ਇੜਕੇ। ਤੇ ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਵਿਜੀਲੈਂਸ ਤੋਂ ਗ੍ਰਿਫਤਾਰੀ 25 ਜਨਵਰੀ ਤੱਕ ਟਲੀ ਰਹਿਣੀ ਹੈ, ਕਿਉਂਕਿ ਅਦਾਲਤ ਨੇ ਇਹਨਾਂ ਦੀ ਅੰਤਰਮ ਜ਼ਮਾਨਤ ਨੂੰ ਮਨਜ਼ੂਰ ਕਰ ਲਿਆ। ਸੋ ਮਤਲਬ ਕਹਿਣ ਦਾ ਇਹ ਜੀ ਕਿ 25 ਜਨਵਰੀ ਤੱਕ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੂਗੀ। ਉਸ ਤੋਂ ਬਾਅਦ ਅਗਲੀ ਜਾਣਕਾਰੀ ਕੀ ਮਿਲਦੀ ਹੈ ਵਕਤ ਦੱਸੂਗਾ। ਪਰ ਵਾਰ-ਵਾਰ ਇਹਨਾਂ ਨੇ ਇੱਕੋ ਗੱਲ ਕਹੀ ਆ ਕਿ ਮੇਰਾ ਕਸੂਰ ਕੋਈ ਨਹੀਂਗਾ। ਤੇ ਵੈਸੇ ਇਹਨਾਂ ਦੇ ਘਰ ਦੀ, ਇਹਨਾਂ ਦੇ ਮੈਰਿਜ ਪੈਲੇਸ ਦੀ, ਹੋਰ ਵੀ ਜਿਹੜੇ ਜਿਹੜੇ ਅਦਾਰੇ ਹੈਗੇ ਆ, ਉਹਨਾਂ ਸਾਰਿਆਂ ਦੀ ਛਾਣਬੀਣ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ, ਗਿਣਤੀ ਮਿਣਤੀ ਵੀ ਕੀਤੀ ਗਈ ਹੈ ਕਈ ਵਾਰ, ਤੇ ਵੇਖਦੇ ਭਾਈ ਕੀ ਬਣਦਾ। ਪਰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਵੀ ਜਾਣਕਾਰੀਆਂ ਸੀ ਉਹ ਸਾਰੀਆਂ ਅਸੀਂ ਲਿਖਤੀ ਤੌਰ ਦੇ ਉੱਤੇ ਵਿਜੀਲੈਂਸ ਨੂੰ ਮੁਹੱਈਆ ਕਰਵਾ ਚੁੱਕੇ ਹਾਂ, ਪਰ ਫਿਰ ਵੀ ਇਹਨਾਂ ਦੇ ਵੱਲੋਂ ਕੋਈ ਜਾਣਬੁੱਝ ਕੇ ਕੀਤਾ ਜਾ ਰਿਹਾ। ਸੋ ਸਮਾਂ ਦੱਸੂਗਾ ਵੀ ਇਹਨਾਂ ਦੀ ਗ੍ਰਿਫਤਾਰੀ ਕਰਦੇ ਆਉਂਦੇ ਸਮੇਂ ਦੇ ਵਿੱਚ ਜਾਂ ਫਿਰ ਨਹੀਂ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ ਤੇ ਉਧਰ ਸਾਧੂ ਸਿੰਘ ਧਰਮਸੋਤ ਕਹਿੰਦੇ 3 ਦਿਨਾਂ ਦੇ ਰਿਮਾਂਡ ਦੇ ਉੱਪਰ ਭੇਜਿਆ ਜੀ ਉਹਨਾਂ ਨੂੰ। ਬਿਲਕੁਲ ਜੀ, ਹੁਣ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਵਿਜੀਲੈਂਸ ਨੇ ਵੀ ਗ੍ਰਿਫਤਾਰ ਕੀਤਾ ਸੀ। ਆਪਾਂ ਜਾਣਦੇ ਕਿ 99 ਜਾਂ 90 ਦਿਨ ਦੇ ਲਈ ਉਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਜਾ ਕੇ ਆਏ ਆ, ਤੇ ਪਰ ਹੁਣ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਹੈਗਾ, ਇਹ ਕੀਤਾ ਹੈਗਾ ਈਡੀ ਨੇ। ਤੇ ਇਹਨਾਂ ਦੇ ਉੱਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੈਗੇ ਆ। ਸੋ ਈਡੀ ਦੇ ਵੱਲੋਂ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੇਨੇ ਭਾਈ ਉਹਦੇ ਸਮੇਂ ਦੇ ਵਿੱਚ ਤੇ ਕੀ ਬਣਦਾ ਤੇ ਕੀ ਨਹੀਂ ਬਣਦਾ। ਪਰ ਈਡੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ 3 ਦਿਨ ਦਾ ਇਹਨਾਂ ਦਾ ਰਿਮਾਂਡ ਹਾਸਲ ਹੋਇਆ। ਇਹਨਾਂ ਦੇ ਉੱਤੇ ਵੀ ਦੋਸ਼ ਇਹੀ ਹੈ ਕਿ ਮੰਤਰੀ ਹੁੰਦਿਆਂ ਇਹਨਾਂ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ। ਜਿੰਨੀ ਇਹਨਾਂ ਨੇ 5 ਸਾਲਾਂ ਦੇ ਵਿੱਚ ਜਾਇਦਾਦ ਜਿਹੜੀ ਆ ਖਰਚਾ ਕੀਤਾ, ਉਹਦੇ ਨਾਲੋਂ ਕਈ ਗੁਣਾ ਘੱਟ ਆਮਦਨ ਆ। ਜਦੋਂ ਇਹਨਾਂ ਦੀ ਆਮਦਨ ਘੱਟ ਆ ਕਾਗਜ਼ਾਂ ਦੇ ਵਿੱਚ ਸ਼ੋ ਹੁੰਦੀ, ਤੇ ਖਰਚਾ ਇਹਨਾਂ ਨੇ 5-6 ਕਰੋੜ ਰੁਪਈਆ ਵੱਧ ਕਿਵੇਂ ਕਰ ਲਿਆ ਉਹਦੇ ਵਿੱਚ, ਕਿਉਂਕਿ ਮੈਚ ਨਹੀਂ ਹੋ ਰਿਹਾ ਸਾਰਾ ਕੁਝ, ਤੇ ਇਸ ਕਰਕੇ ਇਹਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਆ। ਸੋ ਸਮਾਂ ਦੱਸੂਗਾ ਇਸ ਮਾਮਲੇ ਦੇ ਵਿੱਚ ਕਿਹੜਾ ਕਿਹੜਾ ਮੋੜ ਆਉਂਦਾ। ਪਰ ਇਸ ਮਾਮਲੇ ਦੇ ਵਿੱਚ ਫਿਲਹਾਲ ਇਹੀ ਜਾਣਕਾਰੀ ਹੈ ਵੀ 3 ਦਿਨ ਦੇ ਰਿਮਾਂਡ ਦੇ ਉੱਤੇ ਇਹਨਾਂ ਨੂੰ ਭੇਜ ਦਿੱਤਾ ਗਿਆ। 3 ਦਿਨ ਦਾ ਰਿਮਾਂਡ ਇਹਨਾਂ ਦਾ ਹਾਸਲ ਕਰ ਲਿਆ ਗਿਆ। ਇਹਨਾਂ ਦੇ ਕੋਲੋਂ ਹੋਰ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਇਕੱਤਰ ਹੁੰਦੀਆਂ, ਕੀ ਕੁਝ ਇਹਨਾਂ ਦੇ ਕੋਲੋਂ ਮਿਲਦਾ, ਇਹ ਸਮਾਂ ਦੱਸੂਗਾ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ। ਉਧਰ ਅਕਾਲੀ ਦਲ ਦੇ ਵੱਲੋਂ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਜੀ, ਕਹਿੰਦੇ ਕਿ ਬਸਪਾ ਦੇ ਨਾਲ ਗੱਠਜੋੜ ਜਿਹੜਾ ਉਹ ਅਸੀਂ ਨਹੀਂ ਤੋੜਾਂਗੇ, ਉਹ ਰਹੇਗਾ ਜੀ ਬਰਕਰਾਰ। ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਬਸਪਾ ਦੇ ਨਾਲ ਗੱਠਜੋੜ ਬਰਕਰਾਰ ਰੱਖਾਂਗੇ ਤੇ ਬਸਪਾ ਦੇ ਨਾਲ ਸਾਡਾ ਗੱਠਜੋੜ ਬਰਕਰਾਰ ਰਹੂਗਾ। ਉਧਰੋਂ ਬੇਸ਼ੱਕ ਬਸਪਾ ਨੇ ਇਹ ਗੱਲ ਕਹੀ ਹੈ ਜੀ ਕਿ ਸਾਡਾ ਗੱਠਜੋੜ ਨਹੀਂ ਰਹਿਣਾ, ਕਿਉਂਕਿ ਮਾਇਆਵਤੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਭਾਈ ਪੂਰੇ ਭਾਰਤ ਦੇ ਵਿੱਚ ਅਸੀਂ ਇਕੱਲੇ ਤੌਰ ਤੇ ਚੋਣ ਲੜਾਂਗੇ ਤੇ ਇਹ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਇਹਦੇ ਵਿੱਚ ਅਸੀਂ ਕਿਸੇ ਨਾਲ ਕੋਈ ਸਾਂਝ ਨਹੀਂ ਰੱਖਣੀ ਗੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਦੋਂ ਅਸੀਂ ਕਿਸੇ ਨਾਲ ਗੱਠਜੋੜ ਕਰਕੇ ਚੋਣਾਂ ਲੜਦੇ ਹਾਂ ਤੇ ਸਾਡੀਆਂ ਵੋਟਾਂ ਦਾ ਫਾਇਦਾ ਦੂਜੀ ਪਾਰਟੀ ਨੂੰ ਹੋ ਜਾਂਦਾ ਤੇ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਐਤਕੀ ਅਸੀਂ ਇਕੱਲੇ ਤੌਰ ਦੇ ਉੱਤੇ ਚੋਣਾਂ ਲੜਦੇ ਹਾਂ। ਸੋ ਦੇਖਦੇ ਹਾਂ ਭਾਈ ਸੱਚੀ ਮੁੱਚੀ ਕਦੋਂ ਤੇ ਕੀ ਕਿਵੇਂ ਹੁੰਦਾ। ਪਰ ਜਾਣਕਾਰੀ ਇੱਕ ਇਹ ਪ੍ਰਾਪਤ ਹੋਈ ਹੈ ਵੀ ਹੈਗੇ ਨੇ ਜਿਹੜੇ ਅਕਾਲੀ ਦਲ ਦੇ ਆਗੂ, ਉਹ ਇੱਕੋ ਗੱਲ ਕਹਿੰਦੇ ਜੀ ਕਿ ਦੇਖੋ 2022 ਦੇ ਵਿੱਚ ਵੀ ਅਸੀਂ ਇਕੱਠੇ ਸੀ, ਅਸੀਂ ਇਕੱਠੇ ਹੋ ਕੇ ਚੋਣਾਂ ਲੜੀਆਂ, ਤੇ ਹੁਣ ਵੀ ਉਹ ਕਹਿੰਦੇ ਜੀ ਅਸੀਂ ਇਕੱਠੇ ਹੋ ਕੇ ਚੋਣਾਂ ਲੜਾਂਗੇ। ਮਾਇਆਵਤੀ ਦੇ ਵੱਲੋਂ ਕੀਤੇ ਗਏ ਐਲਾਨ ਦਾ ਪੰਜਾਬ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਇੱਕੋ ਗੱਲ ਦੇ ਉੱਤੇ ਜ਼ੋਰ ਦੇਈ ਜਾਂਦੇ ਆ। ਸੋ ਮਾਇਆਵਤੀ ਇਹ ਗੱਲ ਕਹਿੰਦੀ ਜੀ ਕਿ ਅਸੀਂ ਗੱਠਜੋੜ ਰੱਖਣਾ ਨਹੀਂ, ਉਹ ਕਹਿੰਦੇ ਜੀ ਸਾਡਾ ਗੱਠਜੋੜ ਟੁੱਟਣਾ ਨਹੀਂ। ਤੇ ਦੱਸੂਗਾ ਸਮਾਂ ਵੀ ਭਾਈ ਇਹ ਗੱਠਜੋੜ ਟੁੱਟਦਾ ਕਿ ਰਹਿੰਦਾ ਕਿ ਨਹੀਂ ਰਹਿੰਦਾ ਜਾਂ ਕੀ ਬਣਦਾ। ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਵੀ ਜਿਨ੍ਹਾਂ ਨੇ ਗੱਠਜੋੜ ਰੱਖਣਾ ਜਾਂ ਨਹੀਂ ਰੱਖਣਾ,
ਜਦੋਂ ਉਹ ਇਹ ਗੱਲ ਕਹਿੰਦੇ ਆ ਤੇ ਫਿਰ ਆਪਣੀ ਗੱਲ ਦੀ ਕੋਈ ਕੀ ਤੁਕ ਬਣਦੀ ਆ, ਆਪਣੀ ਕਹਿਣੀ ਦੀ ਕੀ ਤੁਕ ਬਣਦੀ ਹੈ। ਸੋ ਹੁਣ ਜਾਣਕਾਰੀ ਮਿਲੂਗੀ ਜੀ 18 ਤਰੀਕ ਨੂੰ, ਕਿਉਂਕਿ 18 ਤਰੀਕ ਨੂੰ ਇਸ ਮਾਮਲੇ ਦੇ ਉੱਤੇ ਮਹੱਤਵਪੂਰਨ ਮੀਟਿੰਗ ਹੋਣੀ ਹੈ। ਤੇ ਪਤਾ ਲੱਗਾ ਬਸਪਾ ਦੇ ਕਈ ਆਗੂਆਂ ਨੇ ਕਿਹਾ ਵੀ ਦਿੱਲੀ ਦੇ ਵਿੱਚ ਮਾਇਆਵਤੀ ਹੋਰੀ ਪਹੁੰਚ ਰਹੇ ਆ, ਤੇ ਉਸ ਦਿਨ ਇਹ ਗੱਲ ਬਿਲਕੁਲ ਚਿੱਟੇ ਰਣ ਵਾਂਗੂ ਸਾਫ਼ ਹੋ ਜੂਗੀ ਵੀ ਭਾਈ ਗੱਠਜੋੜ ਰਹਿਣਾ ਕਿ ਨਹੀਂ ਰਹਿਣਾ। ਉੱਦਾਂ ਅਕਾਲੀ ਦਲ ਨੇ ਇਹ ਗੱਲ ਕਹੀ ਆ ਵੀ ਸਾਡੀ ਬਹੁਤ ਨੇੜਤਾ ਹੈਗੀ ਆ, ਸਾਡਾ ਬਹੁਤ ਸਤਿਕਾਰ ਹੈਗਾ, ਅਸੀਂ ਇੱਕ ਦੂਜੇ ਦੇ ਲਈ ਸਭ ਕੁਝ ਕਰਦੇ ਹਾਂ। ਤੇ ਉਹਦਾ ਬਸਪਾ ਨੇ ਇਹ ਵੀ ਗੱਲ ਆਖੀ ਆ ਕਿ ਭਾਈ ਜਲੰਧਰ ਵਾਲੀ ਤੇ ਹੁਸ਼ਿਆਰਪੁਰ ਵਾਲੀ ਸੀਟ ਦੇ ਉੱਤੇ ਅਸੀਂ ਇਕੱਲਿਆਂ ਚੋਣ ਲੜਨੀ ਹੈ। ਸੋ ਵੇਖਦੇ ਭਾਈ ਕੀ ਬਣਦਾ, ਪਰ ਫਿਲਹਾਲ ਤਾਂ ਬਸਪਾ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਅਸੀਂ ਭਾਈ ਇਕੱਲੇ ਹੀ ਚੋਣ ਲੜਾਂਗੇ। ਉੱਦਾਂ ਵੀ ਬਸਪਾ ਅੱਜ ਪੰਜਾਬ ਦੇ ਵਿੱਚ ਤੇ ਸਮੇਤ ਯੂਪੀ ਦੇ ਕਿਸੇ ਨੂੰ ਹਰਾ ਤਾਂ ਸਕਦੀ ਆ, ਪਰ ਆਪ ਜਿੱਤਣ ਦਾ ਸਮਰੱਥ ਨਹੀਂ ਆ। ਕਿਸੇ ਵੇਲੇ ਬਸਪਾ ਦੀ ਤੂਤੀ ਬੋਲਦੀ ਹੁੰਦੀ ਸੀ, ਪਰ ਅੱਜ ਬਸਪਾ ਦੀ ਕੋਈ ਤੂਤੀ ਨਹੀਂ ਬੋਲਦੀ। ਅੱਜ ਬਸਪਾ ਦਾ ਆਧਾਰ ਬਹੁਤ ਘਟ ਗਿਆ, ਉਹਨਾਂ ਦੀ ਵੋਟ ਬਹੁਤ ਖਿੰਡ ਗਈ ਆ। ਇਹਦੇ ਬਾਰੇ ਆਪਾਂ ਜਾਣਦੇ ਹਾਂ ਜੀ ਬਿਲਕੁਲ। ਰਾਣਾ ਸਾਹਿਬ, ਜਿਹੜੇ ਨੌਜਵਾਨ ਫਰਾਂਸ ਤੋਂ ਮੁੜੇ ਨੇ ਕਹਿੰਦੇ ਉਹ ਹੁਣ ਹੌਲੀ ਹੌਲੀ ਰਾਜ ਜਿਹੜੇ ਨੇ ਖੋਲਣ ਲੱਗ ਗਏ ਨੇ। ਹਾਂ ਬਿਲਕੁਲ ਜੀ ਬਿਲਕੁਲ, ਜਿਹੜੇ ਨੌਜਵਾਨ ਫਰਾਂਸ ਤੋਂ ਮੁੜੇ ਆ ਉਹਨਾਂ ਨੇ ਹੌਲੀ ਹੌਲੀ ਜਾਣਕਾਰੀਆਂ ਮੁਹੱਈਆ ਕਰਨੀਆਂ ਸ਼ੁਰੂ ਕੀਤੀਆਂ ਕਿ ਸਾਡੇ ਨਾਲ ਕੀ ਹੋਇਆ। ਹਾਲਾਂਕਿ ਪੰਜਾਬ ਦੇ ਬਹੁਤੇ ਮੁੰਡੇ ਸਾਹਮਣੇ ਆ ਨਹੀਂ ਰਹੇ, ਉਹਨਾਂ ਦੇ ਵੱਲੋਂ ਤਾਂ ਚੁੱਪ ਜੀ ਵੱਟ ਕੇ ਨਾ ਹਾਲੇ ਤੱਕ, ਤੇ ਇਸ ਮਾਮਲੇ ਤੇ ਦੜ ਜੀ ਵੱਟ ਕੇ ਚੱਲਿਆ ਜਾ ਰਿਹਾ ਵੀ ਕੀ ਪਤਾ ਸਾਡੇ ਪੈਸੇ ਮੁੜ ਆਉਣ। ਹਾਲਾਂਕਿ ਏਜੰਟਾਂ ਦੇ ਕੋਲੇ ਗਏ ਹੋਏ ਤੇ ਪੈਸੇ ਮੁੜਦੇ ਨਹੀਂ ਹੁੰਦੇ, ਪਰ ਉਹ ਫਿਰ ਵੀ ਇਹ ਸੋਚੀ ਜਾਂਦੇ ਵੀ ਸ਼ਾਇਦ ਸਾਡੇ ਪੈਸੇ ਮੁੜ ਆਉਣ। ਸੋ ਜਿਹੜੇ ਉੱਥੇ ਫਰਾਂਸ ਦੇ ਵਿੱਚੋਂ ਆਪਾਂ ਜਾਣਦੇ ਆ ਕਿ ਜਹਾਜ਼ ਮੁੜਿਆ ਸੀਗਾ, ਉੱਥੇ ਅੱਧ ਵਿਚਾਲੇ ਮੋੜ ਦਿੱਤਾ ਸੀ 4 ਦਿਨਾਂ ਬਾਅਦ ਵੀ ਡੌਂਕੀ ਦੇ ਸ਼ੱਕ ਦੇ ਵਿੱਚ, ਤੇ 303 ਮੁਸਾਫਰ ਇਹਦੇ ਚ ਸਵਾਰ ਸੀਗੇ। ਇਹਦੇ ਵਿੱਚ 200 ਜਣੇ ਪੰਜਾਬ ਦੇ, 56-57 ਜਣੇ ਗੁਜਰਾਤ ਦੇ ਸੀ, ਤੇ ਹੋਰ ਕਈ ਸੂਬਿਆਂ ਦੇ ਵੀ ਸੀਗੇ। ਸੋ ਜਿਹੜੇ ਗੁਜਰਾਤ ਦੇ ਆ ਉਹਨਾਂ ਵਿੱਚੋਂ ਕਈਆਂ ਨੇ ਆ ਕੇ ਏਜੰਟਾਂ ਦੇ ਉੱਤੇ ਪਰਚੇ ਵੀ ਦਰਜ ਕਰਵਾਏ ਆ, ਪੁਲਿਸ ਦੇ ਕੋਲੇ ਬਿਆਨ ਵੀ ਕਰਵਾਏ ਆ, ਪਰ ਪੰਜਾਬੀਆਂ ਦੇ ਵਿੱਚੋਂ ਸਿਰਫ 2 ਨੇ ਹਾਲੇ ਤੱਕ ਬਿਆਨ ਦਰਜ ਕਰਵਾਏ ਆ। 2 ਏਜੰਟਾਂ ਦੇ ਉੱਤੇ ਪਰਚੇ ਦਰਜ ਹੋਏ ਆ। ਇਹਨਾਂ ਮੁੰਡਿਆਂ ਨੇ ਇਹ ਗੱਲ ਕਹੀ ਆ ਵੀ ਭਾਈ ਸਾਨੂੰ 40 ਤੋਂ ਲੈ ਕੇ 50 ਜਾਂ 60 ਲੱਖ ਰੁਪਈਆ ਉਹਨਾਂ ਨੇ ਲਿਆ, ਤੇ ਸਾਨੂੰ ਦੁਬਈ ਤੋਂ ਨਿਕਾਰਾਗੁਆ ਲੈ ਕੇ ਜਾਣਾ ਸੀ। ਉਸ ਤੋਂ ਬਾਅਦ ਸਾਨੂੰ ਅਮਰੀਕਾ ਦੇ ਵਿੱਚ ਵੜਨ ਦਾ ਮੌਕਾ ਮਿਲਣਾ ਸੀਗਾ, ਤੇ ਇਹਨਾਂ ਨੇ ਇਹ ਗਲਤ ਕੀਤਾ ਸਾਡੇ ਨਾਲ। ਤੇ ਦੇਖਦੇ ਭਾਈ ਏਜੰਟਾਂ ਨੂੰ ਹੁਣ ਕਦੋਂ ਗ੍ਰਿਫਤਾਰ ਕੀਤਾ ਜਾਂਦਾ। ਪਰ ਬਹੁਤੇ ਨੌਜਵਾਨ ਇਸ ਕਰਕੇ ਨਹੀਂ ਬੋਲਦੇ ਵੀ ਕੀ ਪਤਾ ਏਜੰਟ ਦੇ ਕੋਲੋਂ ਪੈਸੇ ਨਿਕਲ ਹੀ ਆਉਣ, ਕੀ ਪਤਾ ਸਾਡਾ ਮਸਲਾ ਹੱਲ ਹੋ ਹੀ ਜਾਵੇ, ਕੀ ਪਤਾ ਵੀ ਭਾਈ ਜੇਕਰ ਅਸੀਂ ਉਹਨਾਂ ਦੇ ਖਿਲਾਫ ਸ਼ਿਕਾਇਤ ਨਾ ਕਰੀਏ ਤਾਂ ਫਿਰ ਸਾਡਾ ਕੁਛ ਨਾ ਕੁਛ ਮਸਲਾ ਹੀ ਹੱਲ ਹੋ ਜੇ। ਹਾਲਾਂਕਿ ਇਹ ਕੰਮ ਔਖਾ, ਏਜੰਟਾਂ ਦੇ ਕੋਲੋਂ ਪੈਸੇ ਕਢਵਾਉਣੇ ਬਹੁਤ ਔਖੇ ਹੁੰਦੇ ਆ, ਪਰ ਮੁੰਡੇ ਆ ਜਿਹੜੇ ਉਹ ਇਸ ਕਰਕੇ ਬਦਨਾਮੀ ਦੇ ਕਰਕੇ ਉਹ ਸਾਹਮਣੇ ਨਹੀਂ ਆ ਰਹੇ ਵੀ ਲੋਕ ਕਹਿਣਗੇ ਵੀ ਅੱਛਾ ਇਹ ਡੌਂਕੀ ਲਾ ਕੇ ਚੱਲੇ ਸੀ। ਹਾਲਾਂਕਿ ਅਸੀਂ ਅਕਸਰ ਇਹ ਗੱਲ ਕਹਿੰਦੇ ਆ ਵੀ ਏਜੰਟ ਵੀ ਗਲਤ ਆ, ਪਰ ਅਸੀਂ ਵੀ ਇੰਨੇ ਭੋਲੇ ਨਹੀਂ, ਗਲਤ ਅਸੀਂ ਵੀ ਬਹੁਤ ਆ, ਕਿਉਂਕਿ ਅਸੀਂ ਜਾਣ ਬੁੱਝ ਕੇ ਉੱਥੇ ਫਸਦੇ ਆ। ਸਾਨੂੰ ਫਸਾਇਆ ਜਾਂਦਾ ਤੇ ਅਸੀਂ ਫਸ ਜਾਂਦੇ ਆ। ਅਸੀਂ ਗੁੰਮਰਾਹ ਹੁੰਨੇ ਆ ਤਾਂ ਗਲਤ ਆ, ਉਹ ਗੁੰਮਰਾਹ ਕਰਦੇ ਆ ਤਾਂ ਗਲਤ ਆ। ਅਸੀਂ ਰੁਪਈਆਂ ਦੀ ਪੰਡ ਭਰ ਕੇ ਤੇ ਉਹਨਾਂ ਨੂੰ ਫੜਾਉਨੇ, ਕਹਿ ਦਿੰਦੇ ਬਸ ਮੁੰਡੇ ਨੂੰ ਭੇਜ ਦੇ, ਜਿਵੇਂ ਮਰਜ਼ੀ ਭੇਜ, ਸਹੀ ਤਰੀਕੇ ਗਲਤ ਤਰੀਕੇ ਭੇਜ। ਜਦੋਂ ਸਾਡਾ ਇਰਾਦਾ ਹੀ ਗਲਤ ਆ ਤੇ ਫਿਰ ਸਾਨੂੰ ਬੰਦਾ ਕਿਵੇਂ ਸਹੀ ਮਿਲ ਜੂਗਾ। ਅਸੀਂ ਕਹਿੰਦੇ ਵੀ ਬੰਦਾ ਪਹੁੰਚ ਜੇ ਸਾਡਾ, ਭਾਵੇਂ ਕਿਸੇ ਵੀ ਤਰੀਕੇ ਭੇਜ ਦੇ, ਭਾਵੇਂ ਹਫ਼ਤਾ ਵੱਧ ਲੱਗ ਜੇ ਭੇਜਣ ਦੇ ਵਿੱਚ, ਰਾਹ ਦੇ ਵਿੱਚ ਫਿਰਦਾ ਰਵੇ, ਅਸੀਂ ਤਰੀਕੇ ਦੀ ਚੋਣ ਗਲਤ ਕਰਦੇ ਹਾਂ। ਸਾਡੇ ਕੋਲੇ ਕਾਬਲੀਅਤ ਨਹੀਂ ਉਹ ਵੀਜ਼ਾ ਹਾਸਲ ਕਰਨ ਦੀ, ਸਾਡੇ ਕੋਲੇ ਨਿਯਮ ਤੇ ਸ਼ਰਤਾਂ ਮੁਤਾਬਕ ਚੱਲਣ ਦਾ ਤਰੀਕਾ ਹੈ ਨਹੀਂਗਾ। ਤੇ ਜਦੋਂ ਅਸੀਂ ਪੁੱਠਾ ਕੰਮ ਆਪ ਕਰਦੇ ਹਾਂ ਤੇ ਭਾਈ ਅੱਗੋਂ ਵੀ ਸਾਨੂੰ ਉਹੋ ਜਿਹਾ ਟੱਕਰਦਾ। ਪਰ ਇਹਨਾਂ ਏਜੰਟਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਨੂੰ ਵੀ ਅਕਲ ਆਉਣੀ ਚਾਹੀਦੀ ਹੈ ਜੀ। ਜੀ ਟੈਣਾ ਸਾਹਿਬ, ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ, ਕਹਿੰਦੇ ਨਹਿਰ 'ਚ ਨਾਰੀਅਲ ਰੋੜਨ ਗਈ ਔਰਤ ਬੱਚੇ ਸਮੇਤ ਡੁੱਬ ਗਈ ਹੈ ਜੀ। ਹਾਂ ਬਿਲਕੁਲ ਜੀ, ਇਹ ਬਹੁਤ ਦੁੱਖ ਦੀ ਖਬਰ ਆਈ ਹੈ। ਇਹ ਖਬਰ ਆਈ ਜੀ ਹਰਿਆਣੇ ਦੇ ਕੈਥਲ ਖੇਤਰ ਦੇ ਵੱਲੋਂ। ਹਰਿਆਣੇ ਦੇ ਕੈਥਲ ਖੇਤਰ ਦੀ ਇੱਕ ਔਰਤ ਆ ਜਿਹੜੀ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਹੀ ਹੈ। ਕਾਰ ਦੇ ਵਿੱਚ ਸਵਾਰ ਹੋ ਕੇ ਸਾਰਾ ਪਰਿਵਾਰ ਜਾ ਰਿਹਾ, ਤੇ ਉੱਥੇ ਭਾਖੜਾ ਨਹਿਰ ਦੇ ਕੋਲੋਂ ਕਾਰ ਨਿਕਲ ਰਹੀ ਹੈ। ਤੇ ਉੱਥੇ ਫਿਰ ਜਿਵੇਂ ਅਸੀਂ ਅਕਸਰ ਦੇਖਦੇ ਹਾਂ ਵੀ ਜਿੱਥੇ ਕੋਈ ਨਹਿਰ ਹੋਵੇ ਜਾਂ ਜਿੱਥੇ ਕੋਈ ਦਰਿਆ ਵਗਦਾ ਹੋਵੇ ਤੇ ਲੋਕ ਗੱਡੀ ਰੋਕ ਕੇ ਕੋਈ ਰਾਖ ਸੁੱਟੀ ਜਾਂਦਾ, ਕੋਈ ਉੱਥੇ ਨਾਰੀਅਲ ਸੁੱਟਦਾ, ਕੋਈ ਕੁਝ ਹੋਰ ਕਰਦਾ, ਕੋਈ ਦੀਵੇ ਜਗਾ ਰਿਹਾ। ਇਹ ਵੀ ਉਸ ਤਰੀਕੇ ਦੇ ਨਾਲ ਆ। ਇਸ ਔਰਤ ਦੇ ਘਰ ਦੇ ਵਿੱਚੋਂ ਉਤਰ ਕੇ ਕੁੱਛੜੇ ਦੇ ਨਿਆਣਾ ਚੱਕਿਆ ਹੋਇਆ ਤੇ ਨਹਿਰ ਦੇ ਵਿੱਚ ਨਾਰੀਅਲ ਰੋੜਨ ਵਾਸਤੇ ਅੱਗੇ ਵਧੀ ਆ। ਸ਼ਾਇਦ ਇਹਦਾ ਪੌੜੀਆਂ ਤੋਂ ਪੈਰ ਤਿਲਕ ਗਿਆ, ਜਾਂ ਇਹਨੂੰ ਦਿਸਿਆ ਨਹੀਂ ਅੱਗੇ ਪੌੜੀਆਂ ਦਾ ਪੌੜਾ, ਜਾਂ ਕੋਈ ਕੁਝ ਵੀ ਹੋਇਆ ਹੋਊਗਾ। ਪਰ ਇਹ ਔਰਤ ਆ ਜਿਹੜੀ ਬੱਚੇ ਦੇ ਸਮੇਤ ਨਹਿਰ ਦੇ ਵਿੱਚ ਜਾ ਡਿੱਗੀ ਆ। ਗੋਤਾਖੋਰਾਂ ਨੇ ਇਸ ਔਰਤ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ, ਲਾਸ਼ ਨੂੰ ਕੱਢ ਲਿਆ, ਤੇ ਬੱਚੇ ਨੂੰ ਹਾਲੇ ਤੱਕ ਕੱਢਿਆ ਨਹੀਂ ਜਾ ਸਕਿਆ। ਸੋ ਬੜੇ ਦੁਖਦਾਈ ਘਟਨਾ ਵਾਪਰੀ ਆ। ਕੁਝ ਕੁ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦੇਖੋ ਕੀ ਤੋਂ ਕੀ ਬਣ ਗਿਆ। ਸੋ ਇਸ ਕਰਕੇ ਭਾਈ ਤਰਕ ਦੇ ਨਾਲ ਜ਼ਿੰਦਗੀ ਵੀ ਜਿਉਣੀ ਚਾਹੀਦੀ ਹੈ।
ਸੂਝ ਦੇ ਬੂਹੇ ਵੀ ਖੋਲ੍ਹਣੇ ਚਾਹੀਦੇ ਆ। ਇਸ ਔਰਤ ਦੇ ਘਰ ਦੇ ਵਿੱਚ ਸੱਥਰ ਵਿਛਿਆ, ਸਾਨੂੰ ਇਸ ਗੱਲ ਦਾ ਬੇਹੱਦ ਦੁੱਖ ਆ, ਪਰ ਇਹਨਾਂ ਗੱਲਾਂ ਤੋਂ ਉਦਾਹਰਨ ਲੈਣੀ ਚਾਹੀਦੀ ਹੈ ਕਿ ਕੋਈ ਹੋਰ ਨਾ ਇਵੇਂ ਕਰੇ ਜੀ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇੰਨਾ ਹੀ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਮਿਹਰਬਾਨੀ।